ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਸ਼ਾਹ ਅਮਰ ਸਿੰਘ ਜੋ ਪਿੰਡ ਗੋਂਦਪੁਰ ਦੇ ਵਾਸੀ ਸਨ, ਉਹ ਦੱਸਿਆ ਕਰਦੇ ਸਨ ਕਿ ਭੈੜੀ ਸੰਗਤ ਸਦਕਾ ਚੜ੍ਹਦੀ ਜਵਾਨੀ ਵਿੱਚ ਹੀ ਉਹ ਨਸ਼ਿਆਂ ਦੇ ਸੇਵਨ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਗਏ। ਜਿਸ ਘਰ ਵਿੱਚ, ਜਿਸ ਸਰੀਰ ਵਿੱਚ ਨਸ਼ਿਆਂ ਦਾ ਵਾਸ ਹੋ ਜਾਵੇ, ਨਸ਼ੇ ਪ੍ਰਤੱਖ ਸਰੀਰ ਦਾ ਵੀ ਨਾਸ਼ ਕਰਦੇ ਹਨ। ਘਰ ਦੇ ਮਾਇਕੀ ਸੁੱਖ ਆਰਾਮ ਵੀ ਨਸ਼ੇ ਆਪਣੇ ਅੰਦਰ ਸਮੇਟ ਲੈਂਦੇ ਹਨ। ਸਰਦਾਰ ਅਮਰ ਸਿੰਘ ਦੇ ਉੱਪਰ ਨਸ਼ੇ ਇੰਨੇ ਹਾਵੀ ਹੋ ਗਏ ਕਿ ਘਰ ਪਰਿਵਾਰ ਦੀ ਤੇ ਲੋਕ ਲੱਜਾ ਦੀ ਪ੍ਰਵਾਹ ਛੱਡ ਕੇ ਅਮਰ ਸਿੰਘ ਦਿਨ ਰਾਤ ਨਸ਼ਿਆਂ ਵਿੱਚ ਚੂਰ ਰਹਿਣ ਲੱਗ ਪਿਆ। ਨਸ਼ਾ ਹੀ ਜੀਵਨ ਆਧਾਰ ਬਣਾ ਲਿਆ। ਸ਼ਾਹ ਅਮਰ ਸਿੰਘ ਦੇ ਦੱਸਣ ਮੁਤਾਬਕ ਹਰ ਰੋਜ਼ 1 ਤੋਲਾ ਅਫੀਮ ਖਾਣ ਤੱਕ ਦਾ ਨਸ਼ਾ ਵੱਧ ਗਿਆ। ਉਸ ਨਸ਼ੇ ਵਿੱਚ ਹੋਰ ਵਾਧਾ ਤੇ ਸਰੂਰ ਵਾਲਾ ਕਰਨ ਲਈ ਪੋਸਤ ਤੇ ਡੋਡੇ ਵੀ ਦੋਨੋਂ ਵੇਲੇ ਪੀਣੇ। ਜਦੋਂ ਜਰਾ ਕੋ ਨਸ਼ੇ ਵਿੱਚ ਤੋਟ ਪੈਣੀ, ਉਸ ਨੂੰ ਪੂਰਾ ਕਰਨ ਲਈ ਸਰੀਰ ਨੂੰ ਸ਼ਰਾਬ ਦਾ ਸਹਾਰਾ ਦੇਣਾ ਸ਼ੁਰੂ ਕਰ ਦਿੱਤਾ। ਜਿੱਥੇ ਨਸ਼ਿਆਂ ਦਾ ਵਾਸਾ ਹੋ ਜਾਵੇ, ਉੱਥੇ ਮਾਇਆ ਨੇ ਕੀ ਟਿਕਣਾ ਹੈ। ਘਰ ਵਿੱਚ ਮਾਇਆ ਦਾ ਤੋਟਾ ਆ ਗਿਆ। ਹੁਣ ਅਫੀਮ ਅਤੇ ਪੋਸਤ ਨੂੰ ਖਰੀਦਣ ਲਈ ਅਮਰ ਸਿੰਘ ਨੇ ਆਪਣੇ ਘਰ ਵਿੱਚ ਹੀ ਡਿਸਟਿਲਰੀ ਲਾ ਲਈ। ਲਾਹਣ ਦੇ ਘੜੇ ਪਾਉਣੇ। ਜਦੋਂ ਉਹ ਤਿਆਰ ਹੋ ਜਾਣੀ ਤਾਂ ਵਿਚਾਰੀ ਘਰਵਾਲੀ ਨੇ ਉਸ ਲਾਹਣ ਦੇ ਹੇਠ ਅੱਗ ਬਾਲ ਕੇ ਉਸ ਵਿੱਚੋਂ ਨਿਕਲਦੀ ਭਾਫ ਨੂੰ ਠੰਡਾ ਕਰਕੇ ਸਾਰਾ ਦਿਨ ਉਸ ਦੀ ਸ਼ਰਾਬ ਕੱਢਣੀ। ਉਸ ਕੱਢੀ ਹੋਈ ਸ਼ਰਾਬ ਨੂੰ ਵੇਚ ਕੇ ਅਮਰ ਸਿੰਘ ਨੇ ਆਪਣਾ ਖਰਚਾ ਪੂਰਾ ਕਰਨਾ ਤੇ ਦਿਨ ਰਾਤ ਮਦ ਪੀ ਕੇ ਮਦਹੋਸ਼ ਰਹਿਣਾ। ਥੋੜੇ ਸਮੇਂ ਬਾਅਦ ਹੀ ਪੁਲਿਸ ਨੂੰ ਵੀ ਪਤਾ ਲੱਗ ਗਿਆ। ਦੂਜੇ ਤੀਜੇ ਦਿਨ ਪੁਲਿਸ ਦੇ ਛਾਪੇ ਘਰ ਵਿੱਚ ਪੈਣੇ ਸ਼ੁਰੂ ਹੋ ਗਏ। ਸ਼ਾਹ ਅਮਰ ਸਿੰਘ ਅੱਗੇ ਅੱਗੇ, ਪੁਲਿਸ ਪਿੱਛੇ ਪਿੱਛੇ। ਕਈ ਵਾਰ ਕਈ ਕੇਸ ਬਣੇ। ਕੇਸ ਭੁਗਤੀ ਜਾਣੇ, ਤੰਗੀ ਕੱਟੀ ਜਾਣੀ, ਪਰ ਅਮਰ ਸਿੰਘ ਇਸ ਭੈੜੀ ਆਦਤ ਨੂੰ ਛੱਡਣ ਲਈ ਤਿਆਰ ਨਹੀਂ ਸੀ। ਹੁਣ ਵੀ ਉਹ ਦੱਸਿਆ ਕਰਦੇ ਹਨ ਕਿ ਔਖਿਆਈ ਵੀ ਸਿਰੇ ਦੀ ਬਣੀ ਰਹਿਣੀ। ਘਰ ਵਿੱਚ ਤੰਗੀ ਵੀ ਬਹੁਤ ਸੀ। ਰਾਤ ਸੌਣਾ ਵੀ ਘਰੋਂ ਬਾਹਰ ਜਾ ਕੇ ਕਿ ਕਿਤੇ ਰਾਤ ਨੂੰ ਹੀ ਪੁਲਿਸ ਫੜ ਕੇ ਨਾ ਲੈ ਜਾਵੇ। ਮਨ ਔਖ ਵੀ ਮਹਿਸੂਸ ਕਰਦਾ ਸੀ, ਪਰ ਜਿਵੇਂ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਜੈਸੇ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾੜਿਓ ਚਾਹੇ ਪੈ ਨਾ ਛੂਟੇ ਵਾਲੀ ਗੱਲ ਸੀ। ਜੇ ਕਿਤੇ ਮਨ ਛੱਡਣ ਨੂੰ ਤਿਆਰ ਵੀ ਹੁੰਦਾ ਤਾਂ ਅੰਦਰੋਂ ਦੂਸਰਾ ਮਨ ਕਹਿੰਦਾ ਕਿ ਹੁਣ ਇਹੀ ਤਾਂ ਰੁਜ਼ਗਾਰ ਦਾ ਸਾਧਨ ਹੈ। ਜੇ ਸ਼ਰਾਬ ਕੱਢਣੀ ਛੱਡ ਦਿੱਤੀ ਤਾਂ ਰੋਟੀ ਕਿੱਥੋਂ ਖਾਵੇਂਗਾ ਤੇ ਦੂਸਰੇ ਨਸ਼ਿਆਂ ਦਾ ਖਰਚਾ ਕਿੱਥੋਂ ਪੂਰਾ ਹੋਵੇਗਾ। ਜੇ ਆਏ ਗਏ ਨਾਲ ਬੈਠ ਕੇ ਨਾ ਪੀਤੀ ਤਾਂ ਗਾਹਕ ਕਿੱਥੋਂ ਬਣਨਗੇ। ਸਾਲਾਂ ਬੱਧੀ ਇਹ ਕਿਰਿਆ ਚੱਲਦੀ ਰਹੀ। ਅਮਰ ਸਿੰਘ ਪਹਿਲਾਂ ਮਿਲਟਰੀ ਵਿੱਚ ਭਰਤੀ ਸੀ। ਸਰੀਰ ਤਕੜਾ ਤੇ ਸੋਹਣਾ ਸੀ, ਪਰ ਨਸ਼ੇ ਤਾਂ ਰੋਗ ਵਾਂਗ ਸਰੀਰ ਨੂੰ ਖੀਨ ਕਰ ਸੁੱਟਦੇ ਹਨ। ਸਰੀਰ ਵੀ ਦੁਰਬਲ ਹੋ ਗਿਆ। ਇੱਕ ਦਿਨ ਅਮਰ ਸਿੰਘ ਆਪਣੇ ਗਾਹਕਾਂ ਤੇ ਸਾਥੀਆਂ ਨਾਲ ਸੜਕ ਤੇ ਖਲੋਤਾ ਲੈਣ ਦੇਣ ਦੀਆਂ ਗੱਲਾਂ ਕਰ ਰਿਹਾ ਸੀ ਕਿ ਬਾਬਾ ਜੀ ਸੜਕੇ ਸੜਕ ਗੜ੍ਹਦੀ ਵਾਲਾ ਨੂੰ ਪੈਦਲ ਤੁਰੇ ਜਾਂਦੇ। ਜਦੋਂ ਅਗਾਂਹ ਚਲੇ ਗਏ ਤਾਂ ਅਚਾਨਕ ਅਮਰ ਸਿੰਘ ਦੀ ਨਿਗਾਹ ਪੈ ਗਈ। ਅਮਰ ਸਿੰਘ ਉਹਨਾਂ ਸਾਥੀਆਂ ਪਾਸੋਂ ਥੋੜਾ ਸਮਾਂ ਲੈ ਕੇ ਦੌੜ ਕੇ ਬਾਬਾ ਜੀ ਪਾਸ ਗਿਆ ਤੇ ਅੱਗੇ ਹੋ ਕੇ ਸਿਰ ਨਵਾ ਕੇ ਮੂੰਹ ਵਿੱਚੋਂ ਕੁਝ ਸਤਿਕਾਰ ਦੇ ਸ਼ਬਦ ਕਹੇ। ਬਾਬਾ ਜੀ ਖਲੋ ਗਏ। ਅਮਰ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ, ਹੁਣ ਮੇਰੀ ਨਸ਼ੇ ਖਾ ਖਾ ਕੇ ਬੱਸ ਹੋ ਗਈ ਹੈ। ਕੋਈ ਦੁਨੀਆ ਦਾ ਨਸ਼ਾ ਨਹੀਂ ਜੋ ਮੈਂ ਸੇਵਨ ਨਾ ਕਰਦਾ ਹੋਵਾਂ। ਘਰ ਵਿੱਚ ਅੱਤ ਦੀ ਗਰੀਬੀ ਹੈ। ਪੁਲਿਸ ਦਿਨ ਰਾਤ ਖਹਿੜਾ ਨਹੀਂ ਛੱਡਦੀ। ਰਾਤ ਵੀ ਕਮਾਦਾਂ ਵਿੱਚ ਹੀ ਸੌਣਾ ਪੈਂਦਾ ਹੈ। ਮੈਂ ਇਹਨਾਂ ਨਸ਼ਿਆਂ ਨੂੰ ਛੱਡਣ ਨੂੰ ਅਸਮਰੱਥ ਹਾਂ। ਸੁਣਿਆ ਹੈ ਤੁਸੀਂ ਬਹੁਤਿਆਂ ਦੇ ਨਸ਼ੇ ਛੁਡਾ ਕੇ ਉਹਨਾਂ ਦਾ ਭਲਾ ਕੀਤਾ ਹੈ। ਮੇਰੇ ਗਰੀਬ ਤੇ ਵੀ ਤਰਸ ਕਰੋ, ਕੋਈ ਉਪਾਅ ਦੱਸੋ, ਕਿਰਪਾ ਕਰੋ। ਬਾਬਾ ਜੀ ਨੇ ਸੁਭਾਵਕ ਬਚਨ ਕੀਤਾ, ਅਮਰ ਸਿੰਘ, ਪਹਿਲਾਂ ਆਪਣੇ ਤੇ ਆਪ ਕਿਰਪਾ ਕਰਨੀ ਪੈਂਦੀ ਹੈ, ਫੇਰ ਪਰਮੇਸ਼ਰ ਵੀ ਮਿਹਰ ਕਰ ਦਿੰਦਾ ਹੈ। ਦੂਸਰੇ, ਜੇ ਨਸ਼ਿਆਂ ਤੋਂ ਸਦੀਵੀ ਛੁਟਕਾਰਾ ਚਾਹੁੰਦਾ ਹੈ ਤਾਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ। ਜਦੋਂ ਤੇਰੇ ਹਿਰਦੇ ਵਿੱਚ ਅੰਮ੍ਰਿਤ ਚਲਾ ਗਿਆ, ਫਿਰ ਤੇਰੇ ਅੰਦਰੋਂ ਨਸ਼ੇ ਚਲੇ ਜਾਣਗੇ। ਪਰ ਨਾਲ ਹੀ ਇਹ ਖਿਆਲ ਰੱਖੀ ਕਿ ਅੰਮ੍ਰਿਤ ਛਕ ਕੇ ਤਕੜਾ ਰਹਿਣਾ, ਗੁਰੂ ਦੇ ਬਚਨ ਦੀ ਕਮਾਈ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ। ਸ਼ਾਹ ਅਮਰ ਸਿੰਘ ਨੇ ਹੋਰ ਕੋਈ ਸਵਾਲ ਜਵਾਬ ਕਰਨ ਦੀ ਥਾਂ ਬਾਬਾ ਜੀ ਨੂੰ 7 ਬਚਨ ਕਹਿ ਦਿੱਤਾ ਤੇ ਪੁੱਛਿਆ ਕਿ ਅੰਮ੍ਰਿਤ ਪ੍ਰਚਾਰ ਕਿਸ ਦਿਨ ਹੋਵੇਗਾ। ਬਾਬਾ ਜੀ ਨੇ ਦੱਸ ਦਿੱਤਾ ਕਿ ਅਗਲੇ ਹਫ਼ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਆ ਰਿਹਾ ਹੈ। ਉਸ ਤੋਂ 1 ਦਿਨ ਪਹਿਲਾਂ ਅੰਮ੍ਰਿਤ ਛਕਾਇਆ ਜਾਣਾ ਹੈ। ਉਸ ਦਿਨ ਅਮਰ ਸਿੰਘ ਗੁਰੂ ਕੇ ਜਹਾਜ਼ੇ ਚੜ੍ਹ ਜਾ, ਗੁਰੂ ਭਲੀ ਕਰੇਗਾ। ਅਮਰ ਸਿੰਘ ਨੇ ਬਾਬਾ ਜੀ ਨੂੰ ਬਚਨ ਦੇ ਦਿੱਤਾ ਤੇ ਆਪਣੇ ਸਾਥੀਆਂ ਨੂੰ ਕੁਝ ਨਹੀਂ ਦੱਸਿਆ। ਭਾਵੇਂ ਉਹਨਾਂ ਨੇ ਬਥੇਰਾ ਪੁੱਛਣ ਦਾ ਯਤਨ ਕੀਤਾ ਤੇ ਸਵਾਲ ਵੀ ਕੀਤਾ ਕਿ ਸੰਤਾਂ ਕੋਲ ਕੀ ਲੈਣ ਗਿਆ ਸੀ, ਉਹਨਾਂ ਤੇਰੇ ਕੰਨ ਵਿੱਚ ਕੀ ਫੂਕ ਮਾਰੀ ਹੈ, ਸਾਨੂੰ ਵੀ ਤਾਂ ਦੱਸ। ਘਰ ਆ ਕੇ ਆਪਣੀ ਘਰਵਾਲੀ ਨੂੰ ਸ਼ਾਹ ਅਮਰ ਸਿੰਘ ਕਹਿਣ ਲੱਗੇ ਕਿ ਮੈਂ ਹੁਣ ਅੰਮ੍ਰਿਤ ਛਕਣਾ ਹੈ, ਮੈਨੂੰ ਕਛਹਿਰੇ ਸਵਾ ਦੇ। ਘਰਵਾਲੀ ਵਿਚਾਰੀ ਅੰਮ੍ਰਿਤ ਛਕਣ ਦਾ ਨਾਂ ਸੁਣ ਕੇ ਹੈਰਾਨ ਹੋਵੇ ਕਿ ਇਹ ਕੀ ਕਹਿ ਰਿਹਾ ਹੈ, ਉਸ ਪਾਸੋਂ ਰਿਹਾ ਨਾ ਗਿਆ। ਉਸ ਬੀਬੀ ਨੇ ਬੇਝਿਜਕ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਆਪਣੀਆਂ ਕਰਤੂਤਾਂ ਠੀਕ ਕਰੋ। ਕਿ ਗਲ ਵਿੱਚ ਕਿਰਪਾਨ ਪਾ ਕੇ ਸ਼ਰਾਬ ਕੱਢਿਆ ਤੇ ਵੇਚਿਆ ਕਰੇਗਾ। ਅਮਰ ਸਿੰਘ ਘਰਵਾਲੀ ਨੂੰ ਕਹਿਣ ਲੱਗਾ, ਭਲੀਏ ਲੋਕੇ,
ਪਿੱਛੇ ਜੋ ਹੋ ਗਿਆ ਸੋ ਹੋ ਗਿਆ। ਮੈਂ ਹੁਣ ਮਹਾਂਪੁਰਖਾਂ ਨੂੰ ਵਚਨ ਦੇ ਕੇ ਆਇਆ ਹਾਂ, ਚਾਹੇ ਭੁੱਖੇ ਰਹੀਏ, ਚਾਹੇ ਮਰੀਏ ਜਾਂ ਜੀਵੀਏ, ਮੈਂ ਅੱਜ ਤੋਂ ਨਸ਼ਾ ਨਹੀਂ ਖਾਣਾ ਤੇ ਨਾ ਹੀ ਸ਼ਰਾਬ ਕੱਢਣੀ ਹੈ। ਪਰ ਘਰਵਾਲੀ ਨੂੰ ਅਮਰ ਸਿੰਘ ਦੇ ਪਿਛਲੇ ਸਾਰੇ ਜੀਵਨ ਦਾ ਤਜਰਬਾ ਸੀ। ਉਸ ਦੇ ਮਨ ਨੂੰ ਯਕੀਨ ਨਾ ਆਵੇ ਕਿ ਮੇਰਾ ਪਤੀ ਸੱਚ ਬੋਲ ਰਿਹਾ ਹੈ ਜਾਂ ਕਿ ਮੇਰੇ ਨਾਲ ਛਲਾਵਾ ਹੀ ਕਰਦਾ ਪਿਆ ਹੈ। ਮੋੜ ਆਪਣੇ ਪਤੀ ਦੇ ਮੂੰਹ ਵੱਲ ਵੇਖੇ ਕਿ ਕਿਤੇ ਅਫੀਮ ਦੇ ਲੋਰ ਵਿੱਚ ਐਵੇਂ ਮੂੰਹ ਵਿੱਚੋਂ ਅਟਲ ਪਟਲੀਆਂ ਤਾਂ ਨਹੀਂ ਮਾਰੀ ਜਾਂਦੇ। ਜਦੋਂ ਬੀਬੀ ਨੇ ਅਮਰ ਸਿੰਘ ਦੇ ਮੂੰਹ ਤੇ ਅੱਖ ਦੀ ਪੂਰੀ ਜਾਂਚ ਕਰ ਲਈ ਕਿ ਅੱਜ ਪਤੀ ਦੇਵ ਜੀ ਹੈਨ ਤਾਂ ਸੌਂਫੀ, ਸ਼ਾਇਦ ਪਰਮੇਸ਼ਰ ਰੇਖ ਵਿੱਚ ਮੇਖ ਲਾ ਹੀ ਦੇਵੇ, ਇਹਨਾਂ ਦਾ ਮਨ ਬਦਲ ਜਾਵੇ, ਮੈਂ ਵੀ ਨਿਤ ਬਲਦੀ ਭੱਠੀ ਦੇ ਸੇਕ ਤੋਂ ਛੁਟਕਾਰਾ ਪਾ ਜਾਵਾਂ। ਬੀਬੀ ਨੇ ਕਿਹਾ, ਜੇ ਤਾਂ ਤੁਸੀਂ ਅੰਮ੍ਰਿਤ ਛਕ ਕੇ ਮੁੜ ਇਹ ਕਾਰੇ ਕਰਨੇ ਹਨ, ਫਿਰ ਇਹੋ ਜਿਹੇ ਅੰਮ੍ਰਿਤ ਛਕਣ ਤੋਂ ਬਿਨਾਂ ਹੀ ਤੁਸੀਂ ਚੰਗੇ, ਤੇ ਜੇ ਅੰਮ੍ਰਿਤ ਛਕ ਕੇ ਪੂਰੀ ਰਹਿਤ ਬਹਿਤ ਵਿੱਚ ਪ੍ਰਪੱਕਤਾ ਸਹਿਤ ਵਿਚਰਨਾ ਹੈ, ਫਿਰ ਮੈਂ ਕਸ਼ਹਿਰੇ 2 ਦੀ ਥਾਂ 4 ਸਵਾ ਕੇ ਕੱਲ ਨੂੰ ਹੀ ਲਿਆ ਦਿੰਨੀ ਹਾਂ। ਅਮਰ ਸਿੰਘ ਨੇ ਆਪਣੇ ਮਨ ਦੀ ਸੱਚਾਈ ਪ੍ਰਗਟ ਕਰਕੇ ਘਰਵਾਲੀ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਭਲੀਏ ਲੋਕੇ, ਮੈਂ ਹੁਣ ਪੱਥਰ ਚੱਟ ਕੇ ਮੁੜਿਆ ਹਾਂ। ਛੱਡਣੀ ਤਾਂ ਮੈਂ ਪਹਿਲਾਂ ਵੀ ਚਾਹੁੰਦਾ ਸਾਂ, ਪਰ ਮੇਰਾ ਆਪਣਾ ਮਨ ਡੋਲਦਾ ਰਹਿੰਦਾ ਸੀ। ਥੇ ਵਾਲੇ ਸੰਤ ਗੜ੍ਹ ਨੂੰ ਜਾ ਰਹੇ ਸਨ। ਦੁਪਹਿਰੇ ਮੈਨੂੰ ਸੜਕ ਵਿੱਚ ਮਿਲੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਂ ਬਹੁਤ ਵੱਡਾ ਨਸ਼ਈ ਹਾਂ, ਮੇਰੇ ਤੇ ਕਿਰਪਾ ਕਰੋ, ਮੈਂ ਕਿਵੇਂ ਇਹਨਾਂ ਨਸ਼ਿਆਂ ਤੋਂ ਛੁਟਕਾਰਾ ਪਾ ਲਵਾਂ। ਤਾਂ ਉਹਨਾਂ ਉੱਤਰ ਵਿੱਚ ਕਿਹਾ ਕਿ ਜੇ ਇਹਨਾਂ ਤੋਂ ਛੁਟਕਾਰਾ ਚਾਹੁੰਦਾ ਹੈ ਤਾਂ ਅੰਮ੍ਰਿਤ ਛਕ ਲੈ, ਸਤਿਗੁਰੂ ਜੀ ਆਪੇ ਬੌੜੀ ਕਰਨਗੇ। ਸੋ ਉਹਨਾਂ ਦੇ ਇੰਨੇ ਬਚਨ ਕਰਨ ਤੇ ਹੀ ਮੇਰਾ ਮਨ ਬਦਲ ਗਿਆ ਹੈ ਤੇ ਹੁਣ ਤੱਕ ਉਹਨਾਂ ਦੇ ਕਹੇ ਬਚਨਾਂ ਨੂੰ ਪੂਰੀ ਤਰ੍ਹਾਂ ਨਿਭਾਉਣ ਲਈ ਤਿਆਰ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਪੁਰਬ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਮੈਂ ਉਸੇ ਦਿਨ ਅੰਮ੍ਰਿਤ ਛਕ ਲੈਣਾ ਹੈ। ਭਲੀਏ ਲੋਕੇ, ਤੂੰ ਵੀ ਤਿਆਰ ਹੋ ਜਾ। ਅਸੀਂ ਦੋਵੇਂ ਇਕੱਠੇ ਜਿਸ ਤਰ੍ਹਾਂ ਸਰੀਰ ਤੇ ਮਤ ਨੂੰ ਖੀਣ ਕਰਨ ਵਾਲਾ ਨਸ਼ਾ ਕੱਢਦੇ ਤੇ ਪੀਂਦੇ ਸਾਂ, ਹੁਣ ਸੰਤਾਂ ਦੇ ਕਹੇ ਗੁਰੂ ਜੀ ਦਾ ਬਖਸ਼ਿਆ ਅੰਮ੍ਰਿਤ ਵੀ ਪੀ ਕੇ ਵੇਖੀਏ। ਬੀਬੀ ਬੜੀ ਹੈਰਾਨ ਸੀ ਕਿ ਅੱਜ ਤਾਂ ਪਤੀ ਦੇਵ ਜੀ ਗਿਆਨ ਦੀਆਂ ਗੱਲਾਂ ਕਰਨ ਲੱਗ ਪਏ ਹਨ। ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ। ਬੀਬੀ ਨੇ ਅੱਗੋਂ ਉੱਤਰ ਦਿੱਤਾ ਕਿ ਮੈਨੂੰ ਅੰਮ੍ਰਿਤ ਛਕਣ ਤੋਂ ਕੋਈ ਇਨਕਾਰ ਨਹੀਂ, ਪਰ ਕੱਲ ਨੂੰ ਅੰਮ੍ਰਿਤ ਛਕ ਕੇ ਲੋਕਾਂ ਪਾਸੋਂ ਹਾਸੀ ਨਾ ਕਰਾਈਏ। ਨਾਲੇ ਚੰਗੇ ਲੋਕਾਂ ਪਾਸੋਂ ਸੁਣਿਆ ਹੈ ਕਿ ਗੁਰੂ ਵੱਲੋਂ ਸਰਾਪੇ ਨੂੰ ਦੀਨ ਅਤੇ ਦੁਨੀਆ ਵਿੱਚ ਕੋਈ ਵੀ ਨਹੀਂ ਚੱਲਦਾ। ਮੈਨੂੰ ਅਜੇ ਵੀ ਡਰ ਲੱਗਦਾ ਹੈ ਕਿ ਅਸੀਂ ਗੁਰੂ ਦੀ ਖੁਸ਼ੀ ਲੈਂਦੇ ਲੈਂਦੇ ਕਿਤੇ ਪਾਪ ਦੇ ਭਾਗੀ ਨਾ ਬਣ ਜਾਈਏ। ਸਰਦਾਰ ਅਮਰ ਸਿੰਘ ਕਹਿਣ ਲੱਗਾ, ਭਰੀਏ ਲੋਕੇ, ਮਨ ਨੂੰ ਹੇਠਾਂ ਉੱਤੇ ਨਾ ਕਰ, ਤਿਆਰ ਹੋ ਜਾ। ਜਿਸ ਗੁਰੂ ਦਾ ਅੰਮ੍ਰਿਤ ਛਕਣਾ ਹੈ ਉਹ ਆਪੇ ਸਾਡੀ ਰਖਵਾਲੀ ਕਰੇਗਾ। ਅਸੀਂ ਕੌਣ ਆ ਜੋ ਗੁਰੂ ਦੇ ਅੰਮ੍ਰਿਤ ਨੂੰ ਨਿਭਾ ਸਕੀਏ। ਸੰਤਾਂ ਦੇ ਕਹਿਣ ਅਨੁਸਾਰ ਅੰਮ੍ਰਿਤ ਨੇ ਹੀ ਤਾਂ ਸਾਡੀ ਰਾਖੀ ਕਰਨੀ ਹੈ। ਸੋ ਜਾ, ਤਿਆਰ ਹੋ ਕੇ ਮਨ ਵਿੱਚੋਂ ਦੁਬਿਧਾ ਨੂੰ ਕੱਢ ਦੇ। ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਫੜਾ ਮੈਨੂੰ ਭੱਠੀ ਦਾ ਸਾਰਾ ਸਮਾਨ, ਤੇਰੇ ਸਾਹਮਣੇ ਮੈਂ ਇਸ ਨੂੰ ਭੰਨ ਸੁੱਟਦਾ ਹਾਂ। ਇਸ ਚੰਦਰੀ ਭੱਠੀ ਨੇ ਪਤਾ ਨਹੀਂ ਕਿੰਨੇ ਕੁ ਗੁੜ, ਬਾਲਣ ਤੇ ਹੋਰ ਸਾਜੋ ਸਮਾਨ ਆਪਣੇ ਅੰਦਰ ਹੀ ਸਮੇਟ ਲਿਆ ਹੈ। ਗੁੜ ਤੇ ਹੋਰ ਸਮਾਨ ਤਾਂ ਇੱਕ ਪਾਸੇ ਰਿਹਾ, ਸਾਡਾ ਸਾਰਾ ਘਰ, ਮੇਰਾ ਸਰੀਰ ਵੀ ਇਸੇ ਦੀ ਬਲੀ ਚੜ੍ਹ ਗਿਆ ਹੈ। ਹੁਣ ਇਸ ਨੂੰ ਘਰ ਵਿੱਚ ਨਹੀਂ ਰਹਿਣ ਦੇਣਾ। ਇਸ ਚੰਗੇ ਗੁੱਸੇ ਅਧੀਨ ਭੱਠੀ ਦਾ ਸਾਰਾ ਸਮਾਨ ਅੰਦਰੋਂ ਕੱਢ ਕੇ ਤੋੜ ਭੰਨ ਸੁੱਟਿਆ ਤੇ ਘਰੋਂ ਬਾਹਰ ਵਗਦੀ ਚੋਈ ਵਿੱਚ ਵਗਾਹ ਮਾਰਿਆ। ਕੰਨਾਂ ਨੂੰ ਹੱਥ ਲਾਇਆ ਤੇ ਕਿਹਾ ਕਿ ਅੱਜ ਸਾਡੇ ਘਰੋਂ ਦਲਿੱਦਰ ਨਿਕਲਿਆ ਹੈ। ਅਮਰ ਸਿੰਘ ਆਪ ਮੁਹਾਰਾ ਧਰਤੀ ਤੇ ਹੱਥ ਲਾ ਕੇ ਮੱਥੇ ਨੂੰ ਲਾਈ ਜਾਵੇ ਤੇ ਮੂੰਹੋਂ ਕਹੇ ਕਿ ਰੱਬਾ, ਜੇ ਤੂੰ ਸੱਚਾ ਹੈ ਮੈਨੂੰ ਇਸ ਭੈੜੇ ਕਰਮ ਤੋਂ ਬਚਾ ਲਈ। ਮੁੜ ਇਹ ਲਾਂਤ ਮੇਰੇ ਘਰ ਵਿੱਚ ਪ੍ਰਵੇਸ਼ ਨਾ ਕਰੇ। ਪਿਛਲੀਆਂ ਗਲਤੀਆਂ ਹੁਣ ਮਾਫ਼ ਕਰ ਦੇ। ਅਗਾਂਹ ਹੁਣ ਆਪਣੇ ਚਰਨਾਂ ਨਾਲ ਜੋੜ ਲੈ। ਘਰਵਾਲੀ ਨੂੰ ਹੁਣ ਯਕੀਨ ਹੋ ਗਿਆ ਕਿ ਪਤੀ ਦੇਵ ਤੇ ਪਰਮੇਸ਼ਰ ਜੀ ਨੇ ਕਿਰਪਾ ਕਰ ਦਿੱਤੀ ਹੈ ਤੇ ਸੱਚੇ ਦਿਲ ਤੋਂ ਹੀ ਅੰਮ੍ਰਿਤ ਛਕਣ ਲਈ ਕਹਿ ਰਹੇ ਹਨ। ਉਸ ਨੇ ਵੀ ਕਿਹਾ ਕਿ ਤੁਸੀਂ ਬੜੀ ਕਿਰਪਾ ਕੀਤੀ ਹੈ, ਇਸ ਲਾਹਨਤ ਨੂੰ ਘਰੋਂ ਬਾਹਰ ਸੁੱਟਿਆ ਹੈ। ਹਰ ਵੇਲੇ ਜਾਨ ਮੁੱਠ ਵਿੱਚ ਆਈ ਰਹਿੰਦੀ ਸੀ ਤੇ ਨਿੱਤ ਹੀ ਪੁਲਿਸ ਪਾਸੋਂ ਮਾੜੇ ਸ਼ਬਦ ਸੁਣਨੇ ਪੈਂਦੇ ਸਨ ਤੇ ਬੇਪਤ ਹੋਣਾ ਪੈਂਦਾ ਸੀ, ਕਿਉਂਕਿ ਜਦੋਂ ਪੁਲਿਸ ਨੇ ਆਉਣਾ ਤੁਸੀਂ ਤਾਂ ਛਾਲ ਮਾਰ ਕੇ ਬਾਹਰ ਕਮਾਦ ਵਿੱਚ ਜਾ ਲੁਕਣਾ ਤੇ ਉਹਨਾਂ ਮੈਨੂੰ ਗਾਲਾਂ ਕੱਢਣੀਆਂ। ਸਾਰੀ ਦਿਹਾੜੀ ਭੱਠੀ ਸੇਕਦਿਆਂ ਲੰਘ ਜਾਣੀ ਤੇ ਰਾਤ ਉਂਝ ਚਿੰਤਾ ਵਿੱਚ ਬੀਤਣੀ ਕਿ ਹੁਣ ਵੀ ਕੋਈ ਆ ਗਿਆ, ਹੁਣ ਵੀ ਕੋਈ ਆ ਗਿਆ। ਹੁਣ ਘੱਟੋ ਘੱਟ ਸੌਖੀ ਨੀਂਦ ਤਾਂ ਸੋਵਾਂਗੇ। ਪੇਟ ਦਾ ਕੀ ਹੈ, ਜਿਸ ਨੇ ਪੈਦਾ ਕੀਤਾ ਮਾਲਕ ਆਪੇ ਰਿਜ਼ਕ ਦੇਵੇਗਾ, ਕੋਈ ਹੋਰ ਬਹਾਨਾ ਬਣਾ ਦੇਵੇਗਾ। ਦੋਵਾਂ ਨੇ ਅੰਮ੍ਰਿਤ ਛਕਣ ਦੀ ਤਿਆਰੀ ਕਰ ਲਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਪੁਰਬ ਤੇ ਦੋਵਾਂ ਜੀਆਂ ਨੇ ਅੰਮ੍ਰਿਤ ਪਾਨ ਕਰ ਲਿਆ ਤੇ ਗੁਰਮੁਖੀ ਰਹਿਤ ਦੇ ਧਾਰਨੀ ਬਣ ਗਏ। ਨਿਸ਼ਚਿੰਤ ਜੀਵਨ ਬਤੀਤ ਕਰਨ ਲੱਗੇ। ਪੁਰਾਣੇ ਜੀਵਨ ਨੂੰ ਨਿਗਾਹ ਵਿੱਚ ਰੱਖਦੇ ਹੋਏ ਕਈ ਵਾਰ ਪੁਲਿਸ ਵਾਲੇ ਗੇੜਾ ਮਾਰਨ ਤੇ ਕਹਿਣ, ਅਮਰ ਸਿੰਘਾ, ਇਹ ਕੀ ਕਰ ਲਿਆ? ਅਸੀਂ ਤਾਂ ਹੈਰਾਨ ਹਾਂ ਕਿ ਤੇਰਾ ਜੀਵਨ ਕਿਵੇਂ ਪਲਟਾ ਖਾ ਗਿਆ। ਕਿਤੇ ਇਸ ਭੇਖ ਦੇ ਪਰਦੇ ਹੇਠ ਵੇਲੇ ਕੁਵੇਲੇ ਪਹਿਲਾਂ ਵਾਲਾ ਕੰਮ ਤਾਂ ਨਹੀਂ ਕਰਦਾ। ਅਮਰ ਸਿੰਘ ਦਾ ਉੱਤਰ ਹੁੰਦਾ ਕਿ ਜੇ ਪਹਿਲਾਂ ਵਾਲੀ ਖੇਹੀ ਛਾਨਣੀ ਸੀ ਤਾਂ ਮੈਨੂੰ ਕਿਹੜਾ ਕਿਸੇ ਨੇ ਇਹ ਭੇਖ ਧਾਰਨ ਕਰਨ ਲਈ ਮਜਬੂਰ ਕੀਤਾ ਸੀ। ਮੈਂ ਤਾਂ ਜਿਸ ਦਿਨ ਦਾ ਇਹਨਾਂ ਨਸ਼ਿਆਂ ਦੀ ਗੁਲਾਮੀ ਤੋਂ ਛੁੱਟਿਆ ਹਾਂ, ਮਹਿਸੂਸ ਕਰਦਾ ਹਾਂ ਕਿ ਅਸਲੀ ਜੀਵਨ ਤਾਂ ਮਿਲਿਆ ਹੀ ਹੁਣ ਹੈ। ਪਹਿਲਾਂ ਜੀਵਨ ਤਾਂ ਨਰਕ ਦੇ ਸਮਾਨ ਭੋਗਿਆ ਹੈ। ਉਹ ਸਮਾਂ ਵਿਅਰਥ ਤੇ ਅਜਾਈਂ ਹੀ ਚਲਾ ਗਿਆ।
ਜੇ ਮੈਂ ਕੋਈ ਪਹਿਲਾਂ ਵਾਲਾ ਕਰਮ ਕੀਤਾ ਤਾਂ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਣਾ। ਹੁਣ ਮੈਂ ਸੱਚੇ ਦਿਲੋਂ ਸਭ ਕੁਝ ਤਿਆਗ ਦਿੱਤਾ ਹੈ। ਜੀਵਨ ਨੂੰ ਹੋਰ ਪਰਪੱਕ ਕਰ ਲਈ ਸਾਹ ਅਮਰ ਸਿੰਘ ਬਾਬਾ ਜੀ ਪਾਸ ਗੁਰਦੁਆਰੇ ਆ ਗਿਆ। ਕੁਝ ਸਮਾਂ ਗੁਰੂ ਘਰ ਦੀ ਸੇਵਾ ਵਿੱਚ ਬਤੀਤ ਕਰਨ, ਬਾਕੀ ਘਰ ਦੇ ਕੰਮਕਾਜ ਵਿੱਚ ਰੋਟੀ ਕਮਾਉਣ ਹਿੱਤ ਲਾਉਣਾ। ਸਾਲ ਕੁ ਦਾ ਸਮਾਂ ਇਸ ਤਰ੍ਹਾਂ ਬਤੀਤ ਹੋਇਆ। ਫਿਰ ਸਰਦਾਰ ਅਮਰ ਸਿੰਘ ਜੀ ਬਾਬਾ ਜੀ ਪਾਸ ਪੱਕੇ ਤੌਰ ਤੇ ਹੀ ਰਹਿਣ ਲੱਗ ਪਏ। ਬਾਬਾ ਜੀ ਅਮਰ ਸਿੰਘ ਹੋਰਾਂ ਨੂੰ ਕਹਿਣਾ ਕਿ ਗੁਰਸਿੱਖ ਨੂੰ ਕਿਰਤ ਵੀ ਜ਼ਰੂਰ ਕਰਨੀ ਚਾਹੀਦੀ ਹੈ। ਆਪ ਦਾ ਉੱਤਰ ਹੁੰਦਾ, ਬਾਬਾ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਘਰ ਜਾਣ ਨੂੰ ਚਿੱਤ ਹੀ ਨਹੀਂ ਕਰਦਾ। ਜਿਸ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਹਨ ਉਸ ਨੂੰ ਆਪੇ ਰੋਜ਼ੀ ਦਾ ਵੀ ਫਿਕਰ ਹੋਵੇਗਾ। ਉਧਰ ਖੇਤਾਂ ਵਿੱਚ ਘਰ ਖਾਣ ਜੋਗੇ ਦਾਣੇ ਵੀ ਹੋ ਜਾਣੇ। ਕਾਫੀ ਸਾਲਾਂ ਦੀ ਸੇਵਾ ਕਰਨ ਪਿੱਛੋਂ ਬਾਬਾ ਜੀ ਨੇ ਸਾਹ ਅਮਰ ਸਿੰਘ ਨੂੰ ਪ੍ਰੇਰਣਾ ਦੇ ਕੇ ਜਲੰਧਰ ਸ੍ਰੀ ਗੁਰੂ ਤੇਗ ਬਹਾਦਰ ਸੈਂਟਰਲ ਟਾਊਨ ਗੁਰਦੁਆਰੇ ਨੌਕਰੀ ਤੇ ਲਵਾ ਦਿੱਤਾ। ਬੜੀ ਭੈ ਭਾਵਨੀ ਨਾਲ ਸੇਵਾ ਨਿਭਾਈ। 2-3 ਸਾਲ ਸੇਵਾ ਨਿਭਾਉਣ ਉਪਰੰਤ ਆਪ ਮੁੜ ਘਰ ਪਰਤ ਆਏ ਤੇ ਬਾਬਾ ਜੀ ਦੇ ਪਾਸ ਰਹਿ ਕੇ ਗੁਰੂ ਘਰ ਦੀ ਸੇਵਾ ਕਰਕੇ ਸਮਾਂ ਬਤੀਤ ਕੀਤਾ ਤੇ ਹੁਣ ਵੀ ਗੁਰੂ ਘਰ ਨਾਲ ਜੁੜੇ ਹੋਏ ਹਨ। ਪਰਮੇਸ਼ਰ ਦੀ ਨੇਤ ਗੁਰੂ ਘਰ ਦੀ ਸੇਵਾ ਦਾ ਫਲ 2 ਲੜਕੀਆਂ ਜੋ ਵਰ ਪ੍ਰਾਪਤ ਕਰਨ ਯੋਗ ਸਨ, ਚੰਗੇ ਚੰਗੇ ਘਰਾਂ ਵਿੱਚ ਬਾਬਾ ਜੀ ਨੇ ਉਹਨਾਂ ਦੇ ਰਿਸ਼ਤੇ ਕਰਵਾ ਦਿੱਤੇ। ਇੱਕ ਲੜਕਾ ਜੋ ਲੜਕੀਆਂ ਤੋਂ ਛੋਟਾ ਸੀ ਉਸ ਨੇ ਵੀ ਡਰਾਈਵਰੀ ਸਿੱਖ ਲਈ ਤੇ ਬਾਹਰ ਅਸਾਮ ਵਿੱਚ ਡਰਾਈਵਰੀ ਦਾ ਕਿੱਤਾ ਕਰਕੇ ਚੰਗੀ ਕਮਾਈ ਕਰਨ ਲੱਗ ਪਿਆ। ਮੀਆਂ ਬੀਬੀ ਦੋਵੇਂ ਨਿਸ਼ਚਿੰਤ ਹੋ ਕੇ ਨਾਮ ਸਿਮਰਨ ਕਰਦੇ ਦਿਨ ਬਤੀਤ ਕਰਦੇ ਹੋਏ ਗੁਰੂ ਖੁਸ਼ੀ ਪ੍ਰਾਪਤ ਕਰ ਰਹੇ ਹਨ। ਸਰਦਾਰ ਅਮਰ ਸਿੰਘ ਦੇ ਬਦਲੇ ਹੋਏ ਜੀਵਨ ਨੂੰ ਵੇਖ ਕੇ ਹੋਰ ਕਈਆਂ ਦਾ ਜੀਵਨ ਵੀ ਬਦਲਿਆ। ਅੱਜ ਵੀ ਕਿਤੇ ਕਿਸੇ ਗੁਰਮੁਖ ਨੂੰ ਉਹਨਾਂ ਨਾਲ ਸੰਪਰਕ ਕਰਨ ਦਾ ਸਮਾਂ ਮਿਲੇ ਤਾਂ ਸਰਦਾਰ ਅਮਰ ਸਿੰਘ ਬੜੇ ਨਿਸ਼ਚਿੰਤ ਹੋ ਕੇ ਖੁੱਲ੍ਹ ਕੇ ਦੋਨਾਂ ਜੀਵਨਾਂ ਦੀ ਤੁਲਨਾ ਕਰਕੇ ਦੱਸਦੇ ਹਨ ਕਿ ਪਹਿਲਾ ਨਸ਼ਈ ਜੀਵਨ ਨਿਰਾ ਗੁਲਾਮੀ ਅਤੇ ਪਰ ਅਧੀਨਤਾ ਦਾ ਜੀਵਨ ਸੀ, ਨਿਰਾ ਸੰਸੇ ਚਿੰਤਾ ਭਰਿਆ ਨਰਕ ਸਮਾਨ, ਜਿਸ ਜੀਵਨ ਵਿੱਚ ਨਾ ਘਰਵਾਲੀ ਦੀ ਨਾ ਕਿਸੇ ਬੱਚੇ ਦੀ ਲੋੜ ਦੀ ਪੂਰਤੀ ਦੀ ਪਰਵਾਹ ਸੀ। ਹਰ ਪਾਸੇ ਤੋਂ ਲਾਹਣਤਾਂ ਹੀ ਲਾਹਣਤਾਂ ਪੈਂਦੀਆਂ ਸਨ। ਮੇਰੇ ਇਸ ਨਸ਼ਈ ਜੀਵਨ ਤੋਂ ਪਰਿਵਾਰ ਵਾਲੇ ਆਂਢ ਗੁਆਂਢ ਵੀ ਦੁਖੀ ਸੀ। ਪਰਿਵਾਰ ਨੂੰ ਮੇਰੇ ਕਾਰਨ ਪੁਲਿਸ ਦੀਆਂ ਬਦਕਲਾਮੀਆਂ ਨਿਤ ਸਹਿਣ ਕਰਨੀਆਂ ਪੈਂਦੀਆਂ ਸਨ। ਜੇ ਕਿਸੇ ਰਿਸ਼ਤੇਦਾਰ ਦੇ ਵੀ ਜਾਣਾ ਉਸਨੇ ਵੀ ਮਨ ਵਿੱਚ ਕਹਿਣਾ ਕਿ ਇਹ ਚਲਾ ਜਾਵੇ ਤਦ ਹੀ ਚੰਗਾ ਹੈ। ਸਮਾਜ ਵਿੱਚ ਵੀ ਕੋਈ ਮਾਣ ਸਤਿਕਾਰ ਨਹੀਂ ਸੀ। ਬੇਇਤਵਾਰੀ ਦਾ ਜੀਵਨ ਸੀ। ਕੋਈ ਮੇਰੇ ਕਹੇ ਤੇ ਯਕੀਨ ਨਹੀਂ ਕਰਦਾ ਸੀ, ਸਗੋਂ ਸਾਹਮਣੇ ਲੋਕ ਕਹਿ ਦਿੰਦੇ ਕਿ ਛੱਡ ਯਾਰ, ਅਮਲੀ ਆਦਮੀ ਦੀ ਵੀ ਕੋਈ ਜ਼ੁਬਾਨ ਹੁੰਦੀ ਹੈ। ਜਿੰਨਾ ਚਿਰ ਲੋਰ ਵਿੱਚ ਹੈ ਜੋ ਮਰਜ਼ੀ ਕਹਾ ਲਵੋ, ਨਸ਼ਾ ਉਤਰਿਆ ਤੂੰ ਕੌਣ ਤੇ ਮੈਂ ਕੌਣ। ਹੁਣ ਦੇ ਮੁਕਾਬਲੇ ਜੇ ਮੈਂ ਕਹਿ ਦੇਵਾਂ ਤਾਂ ਕੋਈ ਆਤਕਥਨੀ ਨਹੀਂ ਕਿ ਉਹ ਜੀਵਨ ਨਰਕ ਤੋਂ ਵੀ ਭੈੜਾ ਸੀ। ਉਸ ਦੇ ਮੁਕਾਬਲੇ ਹੁਣ ਜਿੱਥੇ ਜਾਈਦਾ ਸਤਿਕਾਰ ਹੀ ਸਤਿਕਾਰ, ਹਰ ਬੰਦਾ ਯਕੀਨ ਕਰਦਾ ਹੈ। ਘਰ ਵਿੱਚ ਵੀ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ, ਪਰ ਅਧੀਨਤਾ ਤੋਂ ਤਾਂ ਛੁਟਕਾਰਾ ਹੋ ਹੀ ਗਿਆ ਹੈ। ਸਭ ਤੋਂ ਵੱਡੀ ਗੱਲ ਮਨ ਦੀ ਸ਼ਾਂਤੀ ਪ੍ਰਾਪਤ ਹੋਈ ਹੈ। ਮਨ ਸੰਤੋਖ ਵਿੱਚ ਹੈ। ਇਹ ਸਭ ਬਰਕਤਾਂ ਸੰਗਤ ਅਤੇ ਗੁਰੂ ਵਾਲੇ ਬਣਨ ਨਾਲ ਮਿਲਦੀਆਂ ਹਨ। ਜਿਉਂ ਹੀ ਮੇਰੇ ਅੰਦਰ ਅੰਮ੍ਰਿਤ ਦੇ ਘੁੱਟ ਲੰਘੇ, ਬਸ ਕਹਿ ਲਵੋ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਉਹ ਰਸ ਪੀਆ, ਇਹ ਰਸ ਨਹੀਂ ਪਾਵਾ ਵਾਲੀ ਗੱਲ ਵਾਪਰ ਗਈ। ਗੁਰੂ ਦੇ ਅੰਮ੍ਰਿਤ ਵਿੱਚ ਬਹੁਤ ਵੱਡੀ ਸ਼ਕਤੀ ਹੈ। ਮਤਾਂ ਕੋਈ ਅੰਮ੍ਰਿਤ ਨੂੰ ਪਤਾਸਿਆਂ ਦਾ ਘੋਲ ਹੀ ਸਮਝੇ। ਇਸ ਅੰਮ੍ਰਿਤ ਵਿੱਚ ਜੀਵਨ ਨੂੰ ਪਲਟਾ ਦੇਣ ਵਾਲੀ ਸ਼ਕਤੀ ਸਮੋਈ ਹੋਈ ਹੈ, ਜੋ ਮੇਰੇ ਨਾਲ ਪ੍ਰਤੱਖ ਵਾਪਰੀ ਹੈ। ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ, ਮੈਂ ਅਜੇ ਸਰੀਰ ਵਿੱਚ ਹਾਂ, ਮੇਰੇ ਨਾਲ ਵਾਪਰੀ ਘਟਨਾ ਦੀ ਮੇਰੇ ਨਾਲ ਸਾਂਝ ਕਰ ਸਕਦਾ ਹੈ। ਗੁਰੂ ਵੀ ਹੋਣੇ ਦਾ ਜੀਵਨ ਤਾਂ ਤਿਰਗੰਤ ਜਨਮ ਭ੍ਰਸ਼ਟਣਾ ਵਾਲੀ ਗੱਲ ਹੈ। ਅੰਮ੍ਰਿਤ ਦਾ ਸਵਾਦ ਚੱਖਣ ਤੋਂ ਬਿਨਾਂ ਇਸ ਦੀ ਕਦਰ ਕੀਮਤ ਦੀ ਸੋਝੀ ਨਹੀਂ ਪੈਂਦੀ। ਗੁਰੂ ਦਾ ਅੰਮ੍ਰਿਤ ਤਾਂ ਕਾਇਆ ਕਲਪ ਕਰ ਦਿੰਦਾ ਹੈ। ਵਿਣ ਚਾਖੇ ਸਾਧ ਕਿਸੈ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸ ਤਾਹਾ ਹੈ।